ਮੇਰੇ ਪਤੀ ਦੀ ਮੌਤ ਤੋਂ ਬਾਅਦ ਸਾਡੇ ਘਰ ਖਾਣ ਦੇ ਵੀ ਲਾਲੇ ਪੈ ਗਏ। ਮੇਰੀਆਂ 2 ਕੁੜੀਆਂ ਸਨ। ਇੱਕ ਦਿਨ ਮੈਂ ਬਹੁਤ ਪਰੇਸ਼ਾਨ ਬੈਠੀ ਸੀ ਕਿ ਕਿਸੇ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ। ਜਦ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ 'ਤੇ ਕੋਈ ਨਹੀਂ ਸੀ, ਪਰ ਇੱਕ ਆਟੇ ਦੀ ਬੋਰੀ ਪਈ ਸੀ। ਮੈਂ ਦੇਖ ਕੇ ਬਹੁਤ ਖੁਸ਼ ਹੋਈ ਕਿ ਭਗਵਾਨ ਨੇ ਸਾਡੀ ਮਦਦ ਕਰ ਦਿੱਤੀ। ਪਰ 10 ਦਿਨਾਂ ਬਾਅਦ ਹੀ ਮੇਰੀ ਤੇ ਮੇਰੀਆਂ ਲੜਕੀਆਂ ਦੀ ਤਬੀਅਤ ਵਿਗੜਨ ਲੱਗੀ। ਹਸਪਤਾਲ ਗਈ ਤਾਂ ਮੇਰੇ 'ਤੇ ਕਿਆਮਤ ਆ ਗਈ, ਕਿਉਂਕਿ ਅਸੀਂ ਤਿੰਨੇ ਮਾਵਾਂ ਧੀਆਂ ਪ੍ਰੈਗਨੈਂਟ ਹੋ ਗਈਆਂ। ਮੈਂ ਰੋਂਦੇ ਹੋਏ ਇਹ ਸਭ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਕਿਹਾ ਕਿ ਮੈਡਮ, ਇਹ ਤਾਂ ਪੁਲਿਸ ਕੇਸ ਹੈ, ਇਸ ਵਿੱਚ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ, ਤੁਹਾਨੂੰ ਪੁਲਿਸ ਥਾਣੇ ਜਾਣਾ ਪਵੇਗਾ। ਮੈਂ ਰੋਂਦੇ ਹੋਏ ਪੁਲਿਸ ਸਟੇਸ਼ਨ ਗਈ। ਉੱਥੇ ਇੰਸਪੈਕਟਰ ਮੇਰੀ ਗੱਲ ਸੁਣ ਕੇ ਬੋਲਿਆ ਕਿ ਮੁਜਰਮ ਤਾਂ ਫੜਿਆ ਗਿਆ ਹੈ, ਇਹ ਬਹੁਤ ਸਾਰੀਆਂ ਔਰਤਾਂ ਨਾਲ ਹੋਇਆ ਹੈ, ਜਾਓ ਆਪਣੇ ਮੁਜਰਮ ਨੂੰ ਦੇਖ ਲਓ। ਜਿਵੇਂ ਹੀ ਮੈਂ ਮੁਜਰਿਮ ਨੂੰ ਦੇਖਣ ਲਈ ਅੰਦਰ ਗਈ ਤਾਂ ਉਸ ਨੂੰ ਦੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਉਹ ਤਾਂ ਮੇਰਾ ਨਾਮ ਸੁਨੀਤਾ ਹੈ। ਮੈਂ BA ਤੱਕ ਪੜ੍ਹਾਈ ਕੀਤੀ ਸੀ ਤੇ ਇੱਕ ਚੰਗੇ ਖਾਨਦਾਨ ਨਾਲ ਸੰਬੰਧ ਰੱਖਦੀ ਸੀ। ਮੈਂ ਉਦੋਂ 5 ਸਾਲ ਦੀ ਸੀ ਜਦੋਂ ਮੇਰੇ ਮਾਤਾ-ਪਿਤਾ ਇੱਕ ਕਾਰ ਐਕਸੀਡੈਂਟ ਵਿੱਚ ਇਸ ਦੁਨੀਆ ਤੋਂ ਚਲੇ ਗਏ ਸਨ। ਮੇਰੀ ਪਰਵਰਿਸ਼ ਮੇਰੇ ਚਾਚੇ ਨੇ ਕੀਤੀ ਸੀ। ਜਦੋਂ ਮੈਂ 19 ਸਾਲ ਦੀ ਹੋਈ ਤਾਂ ਮੇਰੇ ਚਾਚੇ ਨੇ ਮੇਰਾ ਵਿਆਹ ਆਪਣੇ ਦੋਸਤ ਦੇ ਮੁੰਡੇ ਰਵੀ ਨਾਲ ਕਰਵਾ ਦਿੱਤਾ। ਮੇਰੇ ਵਿਆਹ ਤੋਂ 5 ਸਾਲ ਬਾਅਦ ਮੇਰੇ ਚਾਚਾ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਹੁਣ ਮੇਰੇ ਪਤੀ ਤੋਂ ਇਲਾਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਮੇਰੇ ਪਤੀ ਬਹੁਤ ਚੰਗੇ ਸਨ, ਉਹਨਾਂ ਨੇ ਮੈਨੂੰ ਹਮੇਸ਼ਾ ਇੱਜ਼ਤ ਮਾਣ ਦਿੱਤਾ। ਮੇਰੇ ਸਹੁਰਾ ਸਾਹਿਬ ਪਹਿਲਾਂ ਹੀ ਗੁਜ਼ਰ ਗਏ ਸਨ। ਸਾਡੇ ਘਰ ਵਿੱਚ ਮੈਂ, ਮੇਰੇ ਪਤੀ ਤੇ ਮੇਰੀ ਸੱਸ ਰਹਿੰਦੇ ਸੀ। ਮੇਰੇ ਵਿਆਹ ਤੋਂ 2 ਸਾਲ ਬਾਅਦ ਮੇਰੇ ਇੱਕ ਬੇਟੀ ਨੇ ਜਨਮ ਲਿਆ। ਇਸ ਤਰ੍ਹਾਂ ਕੁਝ ਸਾਲ ਬਾਅਦ ਮੈਨੂੰ ਇੱਕ ਹੋਰ ਬੇਟੀ ਹੋਈ। ਮੇਰੀ ਦੂਜੀ ਬੇਟੀ ਦੇ ਪੈਦਾ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਮੇਰੀ ਸੱਸ ਵੀ ਅਕਾਲ ਚਲਾਣਾ ਕਰ ਗਈ। ਸਮਾਂ ਗੁਜ਼ਰਦਾ ਗਿਆ ਤੇ ਮੇਰੀਆਂ ਬੇਟੀਆਂ ਵੀ ਵੱਡੀਆਂ ਹੋ ਗਈਆਂ। ਸਾਡੇ ਕੋਲ ਜਿੰਨਾ ਵੀ ਸੀ ਅਸੀਂ ਆਪਣੀ ਜ਼ਿੰਦਗੀ ਗੁਜ਼ਰ ਬਸਰ ਕਰ ਰਹੇ ਸੀ। ਪਰ ਇੱਕ ਦਿਨ ਮੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ। ਇੱਕ ਦਿਨ ਅਚਾਨਕ ਮੈਨੂੰ ਖਬਰ ਮਿਲੀ ਕਿ ਮੇਰੇ ਪਤੀ ਇੱਕ ਬੱਸ ਹਾਦਸੇ ਵਿੱਚ ਮਾਰੇ ਗਏ। ਇਸ ਖਬਰ ਨੇ ਮੇਰੀ ਜ਼ਿੰਦਗੀ ਵਿੱਚ ਇੱਕ ਤੂਫਾਨ ਮਚਾ ਦਿੱਤਾ। ਜਦ ਮੈਂ ਆਪਣੇ ਪਤੀ ਦੀ ਬੋਡੀ ਦੇ ਬਾਰੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਬੱਸ ਇੰਨੀ ਜਲ ਗਈ ਸੀ ਕਿ ਉਸ ਵਿੱਚ ਜਿੰਨੇ ਵੀ ਲੋਕ ਸਨ ਸਭ ਜਲ ਕੇ ਸੁਆਹ ਹੋ ਗਏ। ਇਹ ਖਬਰ ਸੁਣ ਕੇ ਮੈਂ ਹਿੱਲ ਗਈ। ਮੈਨੂੰ ਆਪਣੇ ਪਤੀ ਦੀ ਲਾਸ਼ ਦੇਖਣੀ ਵੀ ਨਸੀਬ ਨਹੀਂ ਹੋਈ, ਪਰ ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਸਾਡੀ ਜ਼ਿੰਦਗੀ ਬਹੁਤ ਦੁੱਖਾਂ ਨਾਲ ਭਰ ਗਈ। ਜੋ ਥੋੜ੍ਹੀ ਬਹੁਤੀ ਜਮ੍ਹਾਂ ਪੂੰਜੀ ਸੀ ਉਹ ਵੀ ਸਭ ਲੱਗ ਗਈ। ਸਾਡੇ ਘਰ ਖਾਣ ਨੂੰ ਵੀ ਲਾਲੇ ਪੈ ਗਏ। ਸਾਡੀ ਹਾਲਤ ਦੇਖ ਕੇ ਆਂਢੀ ਗੁਆਂਢੀ ਵੀ ਸਾਡੇ ਨਾਲੋਂ ਮੂੰਹ ਮੋੜ ਗਏ। ਜ਼ਿੰਦਗੀ ਇੰਨੀ ਮੁਸ਼ਕਿਲ ਹੋ ਜਾਵੇਗੀ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਕਈ ਜਗ੍ਹਾ ਨੌਕਰੀ ਲਈ ਗੱਲ ਕੀਤੀ, ਪਰ ਹਰ ਕਿਤੇ ਨਾਕਾਮੀ ਹੀ ਮਿਲੀ। ਇੱਕ ਰਾਤ ਅਸੀਂ ਐਵੇਂ ਹੀ ਭੁੱਖੇ ਪਿਆਸੇ ਮੰਜੇ 'ਤੇ ਬੈਠੇ ਸੀ ਕਿ ਅਚਾਨਕ ਰਾਤ ਨੂੰ 8 ਵਜੇ ਸਾਡੇ ਘਰ ਦਾ ਦਰਵਾਜ਼ਾ ਖੜਕਿਆ। ਇਸ ਟਾਈਮ ਕੌਣ ਆਇਆ ਹੋਵੇਗਾ, ਇਹ ਸੋਚਦੇ ਹੋਏ ਜਦ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਕੋਈ ਨਹੀਂ ਸੀ। ਸਾਹਮਣੇ ਇੱਕ ਬੋਰੀ ਪਈ ਸੀ। ਭੁੱਖ ਨਾਲ ਬੇਹਾਲ ਸੀ, ਇਸ ਲਈ ਨਾ ਚਾਹੁੰਦੇ ਹੋਏ ਵੀ ਉਸ ਬੋਰੀ ਨੂੰ ਅੰਦਰ ਲੈ ਆਈ। ਜਦ ਉਸ ਬੋਰੀ ਨੂੰ ਖੋਲ੍ਹਿਆ ਤਾਂ ਉਸ ਵਿੱਚ ਇੱਕ ਆਟੇ ਦਾ ਪੈਕਟ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਸਨ। ਕਈ ਦਿਨਾਂ ਬਾਅਦ ਐਵੇਂ ਹੀ ਸਾਡਾ ਦਰਵਾਜ਼ਾ ਫਿਰ ਖੜਕਿਆ ਤੇ ਸਾਹਮਣੇ ਕੋਈ ਨਾ ਹੁੰਦਾ, ਇੱਕ ਬੋਰੀ ਪਈ ਹੁੰਦੀ ਜਿਸ ਵਿੱਚ ਖਾਣ ਪੀਣ ਦਾ ਸਮਾਨ ਹੁੰਦਾ। ਹੌਲੀ ਹੌਲੀ ਕਰਕੇ ਐਵੇਂ ਹੀ ਸਾਡਾ ਗੁਜ਼ਾਰਾ ਹੁੰਦਾ ਗਿਆ। ਅੱਜ ਜਦ ਦਰਵਾਜ਼ਾ ਖੜਕਣ 'ਤੇ ਮੈਂ ਦਰਵਾਜ਼ਾ ਖੋਲ੍ਹਿਆ ਤੇ ਬੋਰੀ ਚੁੱਕਣ ਲੱਗੀ ਤਾਂ ਮੇਰੀ ਨਜ਼ਰ ਸਾਹਮਣੇ ਦੀ ਗਲੀ ਵਿੱਚ ਖੜੇ ਇੱਕ ਬਾਬੇ 'ਤੇ ਪਈ, ਜੋ ਕਿ ਸਾਡੇ ਘਰ ਤੋਂ ਥੋੜ੍ਹੀ ਦੂਰੀ 'ਤੇ ਇੱਕ ਕੁਟੀਆ ਵਿੱਚ ਰਹਿੰਦਾ ਸੀ। ਮੈਂ ਦੇਖਿਆ ਕਿ ਉਹ ਲੁਕ ਕੇ ਮੈਨੂੰ ਦੇਖ ਰਿਹਾ ਸੀ। ਮੈਂ ਜਿਵੇਂ ਹੀ ਬੋਰੀ ਨੂੰ ਫੜਿਆ ਤਾਂ ਉਸਦੇ ਚਿਹਰੇ 'ਤੇ ਮੁਸਕਰਾਹਟ ਤੇ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਗਈ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਮੈਨੂੰ ਐਵੇਂ ਕਿਉਂ ਦੇਖ ਰਹੇ ਹਨ। ਫਿਰ ਮੈਂ ਬੋਰੀ ਨੂੰ ਅੰਦਰ ਕੀਤਾ ਤੇ ਦਰਵਾਜ਼ਾ ਬੰਦ ਕਰਕੇ ਦਰਵਾਜ਼ੇ ਦੇ ਸੁਰਾਖ ਵਿੱਚੋਂ ਬਾਹਰ ਦੇਖਣ ਲੱਗੀ ਤਾਂ ਸਾਹਮਣੇ ਦਾ ਕੋਈ ਨਜ਼ਰ ਨਹੀਂ ਆਇਆ, ਪਰ ਉੱਥੇ ਉਹ ਬਾਬਾ ਹੀ ਖੜਾ ਸੀ ਜੋ ਕਿ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਮੈਂ ਧਿਆਨ ਨਾਲ ਉਸ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸੁਣਿਆ ਉਹ ਕਹਿ ਰਿਹਾ ਸੀ ਕਿ ਕੰਮ ਹੋ ਗਿਆ ਹੈ, ਬੋਰੀ ਅੰਦਰ ਜਾ ਚੁੱਕੀ ਹੈ। ਮੈਂ ਇਹ ਗੱਲ ਸੁਣ ਕੇ ਦੰਗ ਰਹਿ ਗਈ। ਕੀ ਭਲਾ ਬਾਬਾ ਜੀ ਕਿਸ ਸ਼ਖਸ ਨੂੰ ਮੇਰੀ ਮੁਖਬਰੀ ਕਰ ਰਹੇ ਹਨ? ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਕਿਸੇ ਹੋਰ ਦੇ ਬਾਰੇ ਗੱਲ ਕਰ ਰਹੇ ਹੋਣ। ਉਹ ਤਾਂ ਆਪਣਾ ਗੁਜ਼ਾਰਾ ਮਸਾਂ ਕਰਦੇ ਹਨ, ਤਾਂ ਭਲਾ ਇਹ ਸਭ ਉਹ ਕਿਉਂ ਕਰਨਗੇ?
ਮੈਂ ਇਹ ਸਭ ਸੋਚ ਹੀ ਰਹੀ ਸੀ ਕਿ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਸਹੀ ਵੀ ਹਨ ਕਿ ਨਹੀਂ, ਕਿਤੇ ਕੋਈ ਸਾਨੂੰ ਗਲਤ ਚੀਜ਼ਾਂ ਤਾਂ ਨਹੀਂ ਖਿਲਾ ਰਿਹਾ। ਇਹ ਖਿਆਲ ਆਉਂਦੇ ਹੀ ਮੇਰੇ ਹੱਥ ਪੈਰ ਠੰਡੇ ਹੋਣ ਲੱਗੇ ਤੇ ਮੇਰੇ ਮੱਥੇ ਤੇ ਪਸੀਨਾ ਆ ਗਿਆ। ਐਨੇ ਨੂੰ ਮੇਰੀ ਵੱਡੀ ਬੇਟੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਮਾਂ, ਬਹੁਤ ਭੁੱਖ ਲੱਗੀ ਹੈ, ਕੁਝ ਬਣਾ ਕੇ ਖਾਂਦੇ ਹਾਂ। ਇਹ ਪੇਟ ਸੀ ਜੋ ਮੰਨਣ ਵਾਲਾ ਨਹੀਂ ਸੀ। ਮੈਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਕਰਕੇ ਬੋਰੀ ਨੂੰ ਅੰਦਰ ਖਿੱਚ ਲਿਆ। ਅੱਜ ਵੀ ਬੋਰੀ ਵਿੱਚ ਕੁਝ ਆਟਾ, ਸਬਜ਼ੀ ਤੇ ਖਾਣ ਪੀਣ ਦੀਆਂ ਚੀਜ਼ਾਂ ਸਨ। ਮੈਂ ਤੁਰੰਤ ਆਟਾ ਗੁੰਨ ਕੇ ਰੋਟੀ ਬਣਾਉਣ ਲੱਗੀ। ਸਬਜ਼ੀ ਰੋਟੀ ਬਣਾ ਕੇ ਅਸੀਂ ਪੇਟ ਭਰ ਕੇ ਖਾਣਾ ਖਾਧਾ ਤੇ ਫਿਰ ਸੌਣ ਲਈ ਮੰਜੇ ਤੇ ਪੈ ਗਏ। ਤਦੇ ਮੇਰੀ ਛੋਟੀ ਬੇਟੀ ਕਹਿਣ ਲੱਗੀ ਕਿ ਮਾਂ, ਇਹ ਕੌਣ ਹੈ ਜੋ ਸਾਡੀ ਮਦਦ ਕਰ ਰਿਹਾ ਹੈ? ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਤਾਂ ਕੋਈ ਮਦਦ ਨਹੀਂ ਕਰਦਾ। ਇਹ ਕੌਣ ਹੈ ਜੋ ਬਿਨਾਂ ਸਾਹਮਣੇ ਆਏ ਸਾਡੀ ਮਦਦ ਕਰ ਰਿਹਾ ਹੈ? ਕਿਤੇ ਕੋਈ ਸਾਡੀ ਮਜਬੂਰੀ ਦਾ ਫਾਇਦਾ ਤਾਂ ਨਹੀਂ ਉਠਾ ਰਿਹਾ? ਇਹ ਸਵਾਲ ਤਾਂ ਮੈਨੂੰ ਵੀ ਬਹੁਤ ਪਰੇਸ਼ਾਨ ਕਰ ਰਹੇ ਸੀ। ਮੈਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕੌਣ ਕਰ ਰਿਹਾ ਹੈ। ਤੇ ਫਿਰ ਅੱਜ ਉਸ ਬਾਬੇ ਦੀ ਹਰਕਤ ਦੇਖੇ ਤਾਂ ਮੈਂ ਹੋਰ ਵੀ ਪਰੇਸ਼ਾਨ ਹੋ ਗਈ ਸੀ। ਫਿਰ ਮੇਰੀ ਵੱਡੀ ਬੇਟੀ ਨੇ ਛੋਟੀ ਬੇਟੀ ਨੂੰ ਝਿੜਕਦੇ ਹੋਏ ਕਿਹਾ ਕਿ ਕੋਈ ਹੋਵੇਗਾ ਜੋ ਸਾਡੀ ਮਦਦ ਕਰ ਰਿਹਾ ਹੈ। ਤੂੰ ਐਵੇਂ ਪੁੱਠਾ ਸਿੱਧਾ ਸਵਾਲ ਕਰਕੇ ਮਾਂ ਦਾ ਦਿਮਾਗ ਨਾ ਖਰਾਬ ਕਰ। ਚੁੱਪ ਕਰਕੇ ਸੌਂ ਜਾ। ਫਿਰ ਮੇਰੀਆਂ ਦੋਨੇ ਬੇਟੀਆਂ ਤਾਂ ਸੌਂ ਗਈਆਂ, ਪਰ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਆ ਰਹੀ ਸੀ। ਮੈਨੂੰ ਚੈਨ ਨਹੀਂ ਸੀ। ਮੇਰੇ ਦਿਮਾਗ ਵਿੱਚ ਵਾਰ-ਵਾਰ ਕੁਝ ਗਲਤ ਹੋਣ ਦਾ ਸੰਕੇਤ ਆ ਰਿਹਾ ਸੀ। ਕੁਝ ਤਾਂ ਗਲਤ ਹੋ ਰਿਹਾ ਸੀ ਜਿਹੜਾ ਕਿ ਸਾਨੂੰ ਪਤਾ ਨਹੀਂ ਸੀ। ਇਹ ਸਭ ਸੋਚਦੇ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ ਤੇ ਦੂਜੇ ਦਿਨ ਵੀ ਸਾਰਾ ਦਿਨ ਮੇਰਾ ਇਹੀ ਸੋਚਾਂ ਵਿੱਚ ਲੰਘ ਗਿਆ। ਹੁਣ ਮੈਨੂੰ 8 ਵੱਜਣ ਦਾ ਇੰਤਜ਼ਾਰ ਸੀ। ਜਿਵੇਂ ਹੀ 8 ਵੱਜੇ ਤੇ ਦਰਵਾਜ਼ਾ ਖੜਕਣ ਤੇ ਮੈਂ ਜਦੋਂ ਬੋਰੀ ਚੁੱਕਣ ਲੱਗੀ ਤਾਂ ਮੈਂ ਚੁਪਕੇ ਨਾਲ ਉਸ ਗਲੀ ਵਿੱਚ ਦੇਖਿਆ ਤਾਂ ਉੱਥੇ ਅੱਜ ਵੀ ਉਹੀ ਬਾਬਾ ਖੜਾ ਸੀ। ਉਹ ਬਾਬਾ ਖੁਦ ਨੂੰ ਛੁਪਾ ਕੇ ਮੈਨੂੰ ਹੀ ਦੇਖ ਰਿਹਾ ਸੀ। ਅੱਜ ਮੈਂ ਫਿਰ ਬੋਰੀ ਨੂੰ ਅੰਦਰ ਕਰਕੇ ਦਰਵਾਜ਼ੇ ਦੇ ਸੁਰਾਖ ਵਿੱਚੋਂ ਦੀ ਬਾਹਰ ਦੇਖਣ ਲੱਗੀ। ਅੱਜ ਫਿਰ ਉਹ ਬਾਬਾ ਕਿਸੇ ਨੂੰ ਫੋਨ ਤੇ ਕਹਿ ਰਿਹਾ ਸੀ ਕਿ ਕੰਮ ਹੋ ਗਿਆ ਹੈ। ਇਹ ਸੁਣ ਕੇ ਮੈਂ ਮਰੇ ਕਦਮਾਂ ਨਾਲ ਅੰਦਰ ਆਈ। ਮੇਰਾ ਦਿਮਾਗ ਬਹੁਤ ਸਾਰੀਆਂ ਉਲਝਣਾਂ ਵਿੱਚ ਖੋ ਗਿਆ, ਪਰ ਮੈਂ ਖੁਦ ਨੂੰ ਸੰਭਾਲਦੇ ਹੋਏ ਆਪਣੀਆਂ ਬੇਟੀਆਂ ਨੂੰ ਖਾਣਾ ਬਣਾ ਕੇ ਖਿਲਾਉਣ ਲੱਗੀ। ਪਰ ਅੱਜ ਜਿਵੇਂ ਹੀ ਅਸੀਂ ਖਾਣਾ ਖਾਧਾ ਤਾਂ ਸਾਡਾ ਸਿਰ ਚਕਰਾਉਣ ਲੱਗਿਆ ਤੇ ਸਾਨੂੰ ਤੁਰੰਤ ਹੀ ਨੀਂਦ ਆ ਗਈ। ਫਿਰ ਅੱਧੀ ਰਾਤ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਸਿਰ ਬਹੁਤ ਭਾਰੀ ਸੀ ਤੇ ਮੈਨੂੰ ਚੱਕਰ ਵੀ ਆ ਰਹੇ ਸਨ। ਮੈਂ ਜਲਦੀ ਨਾਲ ਆਪਣੇ ਬੇਟੀਆਂ ਨੂੰ ਦੇਖਿਆ ਤੇ ਉਹ ਬੇਸੁੱਧ ਹੋਈਆਂ ਪਈਆਂ ਸਨ। ਮੈਂ ਉਹਨਾਂ ਨੂੰ ਉਠਾਇਆ ਤਾਂ ਉਹਨਾਂ ਦੀ ਹਾਲਤ ਵੀ ਅਜਿਹੀ ਹੀ ਸੀ। ਫਿਰ ਮੈਂ ਹਿੰਮਤ ਕਰਕੇ ਰਸੋਈ ਵਿੱਚ ਗਈ ਤੇ ਪਾਣੀ ਪੀਤਾ, ਨਾਲੇ ਆਪਣੀਆਂ ਬੇਟੀਆਂ ਨੂੰ ਵੀ ਪਿਲਾਇਆ। ਪਾਣੀ ਪੀਣ ਤੋਂ ਬਾਅਦ ਕੁਝ ਆਰਾਮ ਮਿਲਿਆ। ਫਿਰ ਸਾਡੇ ਪੇਟ ਵਿੱਚ ਬਹੁਤ ਦਰਦ ਹੋਣ ਲੱਗਿਆ। ਫਿਰ ਸਾਨੂੰ ਵਾਰੀ-ਵਾਰੀ ਉਲਟੀਆਂ ਆਉਣ ਲੱਗੀਆਂ। ਕੁਝ ਮਿੰਟਾਂ ਵਿੱਚ ਹੀ ਸਾਡੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਅਜਿਹਾ ਕੀ ਹੋ ਗਿਆ ਕਿ ਅਚਾਨਕ ਸਾਡੀ ਤਿੰਨਾਂ ਦੀ ਹੀ ਤਬੀਅਤ ਖਰਾਬ ਹੋ ਗਈ। ਮੈਂ ਸੋਚ ਰਹੀ ਸੀ ਕਿ ਕਿਤੇ ਆਟਾ ਜ਼ਹਿਰੀਲਾ ਤਾਂ ਨਹੀਂ ਸੀ। ਕਿਸੇ ਤਰ੍ਹਾਂ ਬੜੀ ਮੁਸ਼ਕਿਲ ਨਾਲ ਅਸੀਂ ਰਾਤ ਕੱਟੀ। ਸਵੇਰ ਹੁੰਦੇ ਹੀ ਮੈਂ ਆਪਣੀਆਂ ਦੋਨੋਂ ਕੁੜੀਆਂ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਵਿੱਚ ਚਲੇ ਗਈ। ਥੋੜ੍ਹਾ ਇੰਤਜ਼ਾਰ ਕਰਨ ਤੋਂ ਬਾਅਦ ਡਾਕਟਰ ਨੇ ਸਾਡਾ ਤਿੰਨਾਂ ਦਾ ਵਾਰੀ-ਵਾਰੀ ਚੈੱਕਅਪ ਕੀਤਾ। ਚੈੱਕਅਪ ਤੋਂ ਬਾਅਦ ਡਾਕਟਰ ਨੇ ਸਾਨੂੰ ਜੋ ਖਬਰ ਸੁਣਾਈ ਉਸ ਨਾਲ ਤਾਂ ਸਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਅਸੀਂ ਤਿੰਨੇ ਇੱਕ ਦੂਜੇ ਵੱਲ ਹੈਰਾਨ ਹੋ ਕੇ ਦੇਖਣ ਲੱਗੀਆਂ। ਇਹ ਖਬਰ ਸਾਡੇ ਲਈ ਕੋਈ ਕਿਆਮਤ ਤੋਂ ਘੱਟ ਨਹੀਂ ਸੀ। ਇਹ ਬਹੁਤ ਹੀ ਹੈਰਾਨੀ ਦੀ ਗੱਲ ਸੀ। ਭਲਾ ਐਵੇਂ ਕਿਵੇਂ ਹੋ ਸਕਦਾ ਹੈ? ਸਾਡੇ ਤਿੰਨਾਂ ਨਾਲ ਇੱਕੋ ਟਾਈਮ ਅਜਿਹਾ ਕਿਵੇਂ ਹੋ ਸਕਦਾ ਹੈ? ਅਸੀਂ ਤਿੰਨੇ ਇੱਕ ਹੀ ਸਮੇਂ ਪ੍ਰੈਗਨੈਂਟ ਕਿਵੇਂ ਹੋ ਸਕਦੀਆਂ ਹਾਂ? ਇਹ ਸਭ ਜਾਣ ਕੇ ਮੇਰੇ ਨਾਲ ਮੇਰੀਆਂ ਕੁੜੀਆਂ ਦਾ ਵੀ ਰੰਗ ਉੱਡਿਆ ਹੋਇਆ ਸੀ। ਮੈਂ ਘਬਰਾ ਕੇ ਡਾਕਟਰ ਨੂੰ ਆਪਣੀ ਕੁੜੀਆਂ ਦੀ ਹਕੀਕਤ ਦੱਸਣ ਲੱਗੀ ਕਿ ਅਸੀਂ ਤਿੰਨੇ ਘਰ ਵਿੱਚ ਇਕੱਲੀਆਂ ਹਾਂ। ਸਾਡੇ ਘਰ ਵਿੱਚ ਕੋਈ ਵੀ ਮਰਦ ਨਹੀਂ ਹੈ, ਇੱਥੋਂ ਤੱਕ ਕਿ ਮੇਰਾ ਪਤੀ ਤੇ ਬੇਟਾ ਵੀ ਨਹੀਂ ਹੈ। ਜਦ ਅਸੀਂ ਮਰਦ ਜਾਤ ਤੋਂ ਹੀ ਦੂਰ ਹਾਂ ਤਾਂ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਅਸੀਂ ਤਿੰਨੇ ਪ੍ਰੈਗਨੈਂਟ ਹੋ ਗਈਆਂ? ਮੇਰੀ ਗੱਲ ਸੁਣ ਕੇ ਡਾਕਟਰ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਤੇ ਬੋਲਣ ਲੱਗੀ, ਮੈਡਮ, ਇਹ ਪੁਲਿਸ ਕੇਸ ਹੈ। ਹੁਣੇ ਜਾਓ ਤੇ ਪੁਲਿਸ ਵਿੱਚ ਰਿਪੋਰਟ ਲਿਖਵਾਓ। ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਡਾਕਟਰ ਦੀ ਗੱਲ ਸੁਣ ਕੇ ਮੈਂ ਆਪਣੀਆਂ ਦੋਨਾਂ ਕੁੜੀਆਂ ਦਾ ਹੱਥ ਫੜ ਕੇ ਸਿੱਧਾ ਪੁਲਿਸ ਸਟੇਸ਼ਨ ਵਿੱਚ ਚਲੇ ਗਈ। ਜਿਵੇਂ ਹੀ ਮੈਂ ਪੁਲਿਸ ਸਟੇਸ਼ਨ ਦੇ ਸਾਹਮਣੇ ਪਹੁੰਚੀ ਤਾਂ ਮੇਰੇ ਹੱਥ ਪੈਰ ਕੰਬਣ ਲੱਗੇ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਕਿਉਂਕਿ ਇਹ ਸਾਡੀ ਪ੍ਰੈਗਨੈਂਸੀ ਦੀ ਖਬਰ ਸੀ। ਇਕੱਲੀ ਮੈਂ ਹੀ ਨਹੀਂ ਸੀ,
ਮੇਰੇ ਨਾਲ ਮੇਰੀਆਂ ਦੋਨੇ ਕੁੜੀਆਂ ਦੀ ਵੀ ਇੱਜ਼ਤ ਦਾ ਸਵਾਲ ਸੀ। ਫਿਰ ਵੀ ਨਾ ਚਾਹੁੰਦੇ ਹੋਏ ਵੀ ਮੈਂ ਪੁਲਿਸ ਸਟੇਸ਼ਨ ਦੇ ਅੰਦਰ ਚਲੀ ਗਈ। ਮੈਂ ਚਾਰੇ ਪਾਸੇ ਨਜ਼ਰ ਘੁਮਾਈ। ਫਿਰ ਇੱਕ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਰਿਪੋਰਟ ਲਿਖਵਾਉਣੀ ਹੈ। ਤਾਂ ਉਸਨੇ ਮੈਨੂੰ ਇੱਕ ਜਗ੍ਹਾ 'ਤੇ ਬਿਠਾ ਦਿੱਤਾ ਜਿੱਥੇ ਇੱਕ ਹੋਰ ਪੁਲਿਸ ਵਾਲਾ ਬੈਠਾ ਸੀ। ਉਹ ਮੈਨੂੰ ਪੁੱਛਣ ਲੱਗਾ ਕਿ ਦੱਸੋ ਮੈਡਮ, ਕੀ ਗੱਲ ਹੈ, ਕਿਸ ਕੇਸ ਦੇ ਸਿਲਸਿਲੇ ਵਿੱਚ ਇੱਥੇ ਆਏ ਹੋ। ਇਹ ਕਹਿੰਦੇ ਹੋਏ ਉਸਨੇ ਸਾਡੇ ਤਿੰਨਾਂ ਵੱਲ ਨਜ਼ਰ ਘੁਮਾਈ। ਮੈਂ ਡਰਦੇ ਡਰਦੇ ਉਸਨੂੰ ਸਾਰੀ ਗੱਲ ਦੱਸੀ ਜੋ ਸਾਡੇ ਨਾਲ ਹੋਈ ਸੀ। ਮੈਂ ਪੁਲਿਸ ਇੰਸਪੈਕਟਰ ਨੂੰ ਆਪਣੇ ਘਰ ਦੇ ਸਾਹਮਣੇ ਰੱਖੀ ਹੋਈ ਬੋਰੀ ਤੋਂ ਲੈ ਕੇ ਤਬੀਅਤ ਖਰਾਬ ਹੋਣ ਤੇ ਫਿਰ ਪ੍ਰੈਗਨੈਂਟ ਹੋਣ ਤੱਕ ਸਾਰੀ ਗੱਲ ਦੱਸੀ। ਮੇਰੀ ਗੱਲ ਸੁਣ ਕੇ ਉਹ ਥੋੜਾ ਮੁਸਕਰਾ ਕੇ ਬੋਲਿਆ ਕਿ ਮੈਡਮ, ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਤੁਹਾਡਾ ਮੁਜਰਮ ਫੜਿਆ ਗਿਆ ਹੈ। ਮੈਂ ਹੈਰਾਨੀ ਨਾਲ ਉਸਦੀ ਤਰਫ ਦੇਖਣ ਲੱਗੀ ਤਾਂ ਉਸਨੇ ਕਿਹਾ ਕਿ ਮੈਡਮ, ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਸਾਹਮਣੇ ਆਟੇ ਦੀਆਂ ਬੋਰੀਆਂ ਰੱਖੀਆਂ ਜਾਂਦੀਆਂ ਸਨ ਤੇ ਇਹ ਬੋਰੀਆਂ ਉਹਨਾਂ ਦੇ ਘਰਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਜਿਨ੍ਹਾਂ ਦੇ ਸਿਰਫ ਔਰਤਾਂ ਹੀ ਹੁੰਦੀਆਂ ਅਤੇ ਉਹ ਔਰਤਾਂ ਜਿਵੇਂ ਜਿਵੇਂ ਬੋਰੀਆਂ 'ਚੋਂ ਖਾਣਾ ਸ਼ੁਰੂ ਕਰਦੀਆਂ ਉਹਨਾਂ ਦੀ ਹਾਲਤ ਵੀ ਇਸੇ ਤਰ੍ਹਾਂ ਖਰਾਬ ਹੁੰਦੀ ਤੇ ਫਿਰ ਹਸਪਤਾਲ ਚੈੱਕਅਪ ਕਰਾਉਣ 'ਤੇ ਪਤਾ ਚੱਲਦਾ ਕਿ ਉਹ ਪ੍ਰੈਗਨੈਂਟ ਹਨ। ਸਾਨੂੰ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਇਸ ਲਈ ਅਸੀਂ ਪਿਛਲੇ 3 ਦਿਨਾਂ ਤੋਂ ਇਸ ਮੁਜਰਮ ਦੀ ਤਲਾਸ਼ ਵਿੱਚ ਸੀ ਅਤੇ ਫਿਰ ਆਖਿਰਕਾਰ ਅਸੀਂ ਉਸ ਮੁਜਰਮ ਨੂੰ ਫੜਨ ਵਿੱਚ ਕਾਮਯਾਬ ਹੋ ਗਏ। ਅਸੀਂ ਨੇ ਉਸ ਨੂੰ ਲੌਕਅਪ ਨੰਬਰ 5 ਵਿੱਚ ਬੰਦ ਕੀਤਾ ਹੈ। ਤੁਸੀਂ ਜਾ ਕੇ ਉਸ ਨੂੰ ਦੇਖ ਸਕਦੇ ਹੋ। ਆਪਣੇ ਅਤੇ ਆਪਣੀਆਂ ਕੁੜੀਆਂ ਦੇ ਮੁਜਰਮ ਦਾ ਅੰਜਾਮ ਸੁਣ ਕੇ ਮੈਂ ਖੁਸ਼ ਤਾਂ ਬਹੁਤ ਹੋਈ, ਪਰ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਦੁੱਖ ਤੇ ਪਰੇਸ਼ਾਨੀ ਵੀ ਸੀ ਕਿ ਸਾਡੇ ਮੁਜਰਮ ਦਾ ਤਾਂ ਪਤਾ ਚੱਲ ਗਿਆ, ਪਰ ਸਾਡੀ ਪ੍ਰੈਗਨੈਂਸੀ ਦਾ ਕੀ ਹੋਵੇਗਾ। ਮੈਂ ਇਹੀ ਸੋਚਦੀ ਲੌਕਅਪ ਨੰਬਰ 5 ਦੇ ਸਾਹਮਣੇ ਆ ਕੇ ਖੜੀ ਹੋ ਗਈ। ਮੇਰੇ ਪਿੱਛੇ ਮੇਰੀਆਂ ਕੁੜੀਆਂ ਵੀ ਖੜੀਆਂ ਸਨ। ਮੈਂ ਜਿਵੇਂ ਹੀ ਨਜ਼ਰ ਉਠਾ ਕੇ ਸਾਹਮਣੇ ਖੜੇ ਮੁਜਰਮ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਮੈਨੂੰ ਅਗਲਾ ਸਾਹ ਨਹੀਂ ਆਵੇਗਾ। ਮੈਂ ਹੈਰਾਨ ਹੁੰਦੇ ਹੋਏ ਉਸ ਸ਼ਖਸ ਨੂੰ ਦੇਖਣ ਲੱਗੀ। ਮੇਰੀਆਂ ਕੁੜੀਆਂ ਵੀ ਉਸ ਸ਼ਖਸ ਨੂੰ ਹੈਰਾਨੀ ਨਾਲ ਦੇਖ ਰਹੀਆਂ ਸਨ। ਅਸੀਂ ਤਿੰਨੇ ਕਦੇ ਇੱਕ ਦੂਜੇ ਵੱਲ ਦੇਖੀਏ ਤੇ ਕਦੇ ਉਸ ਸ਼ਖਸ ਵੱਲ, ਕਿਉਂਕਿ ਸਾਡਾ ਮੁਜਰਮ ਕੋਈ ਹੋਰ ਨਹੀਂ ਬਲਕਿ ਮੇਰਾ। ਆਖਿਰ ਕੌਣ ਸੀ ਉਹ ਮੁਜਰਿਮ? ਜਾਣਨ ਲਈ ਜੁੜੇ ਰਹੋ ਸਾਡੇ ਨਾਲ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ। ਧੰਨਵਾਦ ਜੀ।